हेलो माय डियर स्टूडेंट्स। बेटा मैं कविता गांधी साइंस मिस्ट्रेस गवर्नमेंट सीनियर सैकेंडरी स्कूल भार्गव नगर बॉयज़ तो ਅੱਜ ਤੁਹਾਡੇ ਨਾਲ NTSC ਅਸਾਈਨਮੈਂਟ ਦਾ ਚੈਪਟਰ ਨੰਬਰ 13th ਵਾਈ ਡੂ ਵੀ ਫਾਲ ਇਲ ਅਸੀਂ ਬਿਮਾਰ ਕਿਉਂ ਹੁੰਦੇ ਹਾਂ ਡਿਸਕਸ ਕਰਾਂਗੇ। तो बेटा सब तो पहले ਅਸੀਂ ਇਹ ਜਾਣਦੇ ਹਾਂ ਪੜ੍ਹ ਚੁੱਕੇ ਹਾਂ ਕਿ ਜਿਹੜਾ ਸੈੱਲ ਹੈ ਉਹ ਸਾਡੀ ਲਾਈਫ ਦੀ ਸਟਰਕਚਰਲ ਤੇ ਇੱਕ ਫੰਡਾਮੈਂਟਲ ਇਕਾਈ ਹੈ ਯਾਨੀ ਕਿ ਯੂਨਿਟ ਹੈ। ਔਰ ਤੁਹਾਨੂੰ ਪਤਾ ਹੈ ਜਿਹੜੇ ਸੈੱਲਸ ਹੁੰਦੇ ਬੇਟਾ ਉਹ ਅਲੱਗ-ਅਲੱਗ ਪ੍ਰਕਾਰ ਦੇ ਰਸਾਇਣਿਕ ਪਦਾਰਥਾਂ ਦੇ ਬਣੇ ਹੁੰਦੇ ਆ ਜਿਵੇਂ ਕਿ ਪ੍ਰੋਟੀਨਸ ਕਾਰਬੋਹਾਈਡਰੇਟਸ है ना लिपिड्स ये सब चीज़ों के बने हैं सैल्स। ਜਿਹੜੇ ਸੈੱਲਸ ਨੇ ਬੇਟਾ ਉਹ ਬੜੀ ਤਰ੍ਹਾਂ ਦੀ ਐਕਟੀਵਿਟੀਜ਼ ਕਰਦੇ ਆ ਸਾਡੀ ਬੋਡੀ ਦੇ ਅੰਦਰ। ਇੱਕ ਸੈੱਲ ਤੁਸੀਂ ਦੇਖਦੇ ਆ ਕਿੰਨੇ ਨਵੇਂ ਸੈੱਲਸ ਬਣਦੇ ਰਹਿੰਦੇ ਆ, ਸੈੱਲਸ ਮੂਵ ਕਰਦੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ, ਹੈ ਨਾ। ਔਰ ਜਿਹੜੇ ਸਾਡੇ ਸੈੱਲਸ ਸੀ ਅਸੀਂ ਪੜ੍ਹ ਚੁੱਕੇ, ਉਹਨਾਂ ਨੇ ਮਿਲ ਕੇ ਟਿਸ਼ੂਜ਼ ਬਣਾਏ ਸੀ, ਟਿਸ਼ੂਜ਼ ਨੇ ਮਿਲ ਕੇ ਆਰਗਨਸ ਬਣਾਏ ਸੀ। ਹੁਣ ਬੇਟਾ ਸਾਡੇ ਆਰਗਨਸ ਵਿੱਚ ਤੇ ਟਿਸ਼ੂਜ਼ ਵਿੱਚ ਆਪਾਂ ਦੇਖ ਰਹੇ ਹਾਂ ਕਿ ਬਹੁਤ ਸਾਰੀਆਂ ਕਿਰਿਆਵਾਂ ਹੋ ਰਹੀਆਂ ਨੇ, ਹੈ ਨਾ, ਬਹੁਤ ਸਾਰੀਆਂ ਐਕਟੀਵਿਟੀਜ਼ ਚੱਲ ਰਹੀਆਂ ਨੇ। ਜਿੱਦਾਂ ਕਿ ਸਾਡਾ ਦਿਲ ਧੜਕਦਾ ਹੈ, ਫੇਫੜੇ ਸਾਹ ਲੈਂਦੇ ਨੇ, ਕਿਡਨੀਜ਼ ਦੇ ਅੰਦਰ ਆਪਾਂ ਕਹਿੰਦੇ ਯੂਰਿਨ ਦੀ ਫਾਰਮੇਸ਼ਨ ਹੋ ਰਹੀ ਹੈ, ਸਾਡਾ ਦਿਮਾਗ ਸੋਚਦਾ ਪਿਆ। ਇਹ ਸਾਰੀਆਂ ਕਿਰਿਆਵਾਂ ਬੇਟਾ ਆਪਸ ਵਿੱਚ ਸੰਬੰਧਿਤ ਨੇ। ਔਰ ਤੁਸੀਂ ਇਹ ਸੋਚ ਸਕਦੇ ਹੋ ਕਿ ਸਾਰਾ ਕੁਝ ਕਰਨ ਲਈ ਸਾਨੂੰ ਕਾਹਦੀ ਲੋੜ ਪੈਂਦੀ ਹੈ? એનર્ਜੀ ਦੀ। ਔਰ ਸਾਨੂੰ ਇਹ એનર્ਜੀ ਕਿੱਥੋਂ ਮਿਲ ਰਹੀ ਹੈ? ਭੋਜਨ ਤੋਂ। ਯਾਨੀ ਕਿ ਸੈਲਸ ਨੂੰ ਤੇ ਟਿਸ਼ੂਜ਼ ਨੂੰ ਕੰਮ ਕਰਨ ਲਈ ਕਿਹਦੀ ਲੋੜ ਪੈ ਗਈ? ਭੋਜਨ ਦੀ ਲੋੜ ਪਈ। ਕਲੀਅਰ। ਔਰ ਆਪਾਂ ਦੇਖਦੇ ਹਾਂ ਕਿ ਜੇਕਰ ਕੋਈ ਵੀ ਇੱਦਾਂ ਦਾ ਫੈਕਟਰ ਜਿਹੜਾ ਸਾਡੇ ਸੈਲਸ ਨੂੰ ਜਾਂ ਟਿਸ਼ੂਜ਼ ਨੂੰ ਪ੍ਰੋਪਰਲੀ ਕੰਮ ਕਰਨ ਤੋਂ ਰੋਕਦਾ ਹੈ ਨਾ, ਉਹ ਜਿਹੜਾ ਰੋਕਦਾ ਪਿਆ ਹੈ ਸਾਡੀ ਪੂਰੀ ਦੀ ਪੂਰੀ ਕਹਿ ਲਓ ਐਕਟੀਵਿਟੀ ਦੇ ਅੰਦਰ ਕੋਈ ਨਾ ਕੋਈ ਆਬਸਟੈਕਲ ਯਾਨੀ ਕਿ ਰੁਕਾਵਟ ਪੈਦਾ ਕਰ ਰਿਹਾ ਹੈ, ਤਾਂ ਉਹ ਕੋਈ ਨਾ ਕੋਈ ਉਸ ਐਕਟੀਵਿਟੀ ਦੀ ਕਮੀ ਦਾ ਕਾਰਨ ਬਣ ਜਾਏਗਾ, ਜਿਹਦੇ ਕਰਕੇ ਸਾਡੀ ਬੋਡੀ ਦੇ ਅੰਦਰ ਕੀ ਪੈਦਾ ਹੋ ਜਾਏਗਾ ਬੇਟਾ? ਕੋਈ ਨਾ ਕੋਈ ਰੋਗ ਪੈਦਾ ਹੋਏਗਾ। ਕਲੀਅਰ ਬੇਟਾ ਜੀ? हाँ जी बेटा, अगर असी हैल्थ की डेफिनेशन पढ़िए तो असी पढ़ते सीगे कि इट इज़ अ स्टेट ऑफ फिजिकल मैंटल एंड सोशल वैल-बीइंग। मतलब कि वो अवस्था है जिस दे अधीन सरीरिक मानसिक अते समाजिक कारज पूरी समर्था अते मतलब पूरी कैपेबिलिटी नाल उचित तरीके नाल कीता जा सके। क्लियर बेटा? इट इज़ अ स्टेट ऑफ फिजिकल मैंटल एंड सोशल ਵੈਲਬੀਂਗ ਕਿ ਇਕੱਲਾ ਇੱਕ ਬਿਮਾਰੀ ਨਾ ਹੋਣਾ ਨੂੰ ਅਸੀਂ ਹੈਲਦੀ ਨਹੀਂ ਕਹਿੰਦੇ। ਵਰਲਡ ਹੈਲਥ ਆਰਗੇਨਾਈਜੇਸ਼ਨ WHO ਨੇ ਡੈਫੀਨੇਸ਼ਨ ਦਿੱਤੀ ਹੈ ਕਿ ਤੁਸੀਂ ਫਿਜ਼ੀਕਲੀ, ਮੈਂਟਲੀ ਅਤੇ ਸੋਸ਼ਲੀ ਤਿੰਨੋਂ ਤਰੀਕਿਆਂ ਨਾਲ ਅਗਰ ਸਹੀ ਹੋ ਤਾਂ ਤੁਹਾਨੂੰ ਹੈਲਦੀ ਕਿਹਾ ਜਾਂਦਾ ਹੈ, ਅਦਰਵਾਈਜ਼ ਯੂ ਆਰ ਨਾਟ ਹੈਲਦੀ। ਤਾਂ ਬੇਟਾ ਹੁਣ ਦੇਖੋ ਸਾਹਮਣੇ ਤੁਹਾਡੀ ਸਕਰੀਨ 'ਤੇ ਇੱਕ ਪਿਕਚਰ ਸ਼ੇਅਰ ਕੀਤੀ ਜਾ ਰਹੀ ਹੈ ਜਿਹਦੇ ਉੱਪਰ ਲਿਖਿਆ 5F। ਉਹ 5F ਕੀ ਨੇ? ਸਾਨੂੰ ਕੀ ਕਰਨਾ ਚਾਹੀਦਾ ਹੈ? ਯਾਨੀ ਕਿ ਸਫਾਈ ਤੇ ਸਰੀਰ ਰੱਖਿਆ ਕਰਕੇ ਅਸੀਂ ਬਿਮਾਰੀਆਂ ਦੇ ਸੰਚਾਰ ਨੂੰ ਘੱਟ ਕਰ ਸਕਦੇ ਹਾਂ, ਉਸ ਤੋਂ ਬਚਾਅ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਬੇਟਾ F ਹੈ ਫਲੂਇਡਸ। ਫਲੂਇਡਸ ਯਾਨੀ ਕਿ ਤਰਲ। ਹੁਣ ਇੱਥੇ ਤੁਸੀਂ ਦੇਖ ਰਹੇ ਹੋ ਸਕਰੀਨ 'ਤੇ ਇੱਕ ਲਾਈਨ ਤੋਂ ਬਾਅਦ ਬ੍ਰੈਕਟ 'ਚ H ਹੈ ਔਰ ਦੂਸਰੀ ਲਾਈਨ ਦੇ ਵਿੱਚ ਲਾਈਨ ਤੋਂ ਬਾਅਦ ਬ੍ਰੈਕਟ ਦੇ ਵਿੱਚ S ਹੈ। H ਮੀਨਸ ਹਾਈਜੀਨ मतलब ਸਫਾਈ, S ਮੀਨਸ ਸੈਨੀਟੇਸ਼ਨ यानी कि शरीर रखिया। तो बेटा फर्स्ट फ्लूइड्स के अंदर असी पढ़ते हैं कि प्रोटैक्ट्स द वाटर सोर्स कि सानू जेडे पानी के सोमे उन्होंने बचा के रखना चाहिए जो कि हाइजीन च आया। एंड सैकेंड इज ट्रीट एंड स्टोर वाटर सेफली कि पानी नू चंगी तरह ट्रीट करके उसकी साम संभाल करो चंगी तरह उन्होंने। दैन नेक्स्ट F है फिंगर्स। हमेशा खाना बनाने तो या खान तो पहला अपने हाथ चंगी तरह धोवो। और नंबर 2 इज़ कि जदों भी तुसी टॉयलेट यूज़ करके आते हो अपने हैंड्स को प्रॉपरली वॉश करो। वॉश हैंड्स आफ्टर डेफिकेशन, दिस इज सैनिटेशन। क्लियर। थर्ड पॉइंट इज बेटा जी फ्लाइज मतलब मक्खियाँ। क्लियर। हुण फर्स्ट पॉइंट है कवर द फूड, भोजन को हमेशा ढक के रखो। और सैनिटेशन चाहता पॉइंट कंट्रोल फ्लाइज कि मक्खियाँ को कंट्रोल करो। फोर्थ वन इज फील्ड्स। फील्ड्स यानी कि खेत। हमेशा वैजीटेबल्स तो फ्रूट्स ਨੂੰ ਕੀ ਕਰੋ ਬੇਟਾ ਜੀ? यूज़ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਵੋ। ਇਹ ਆਂਦਾ ਹਾਈਜੀਨ 'ਚ। ਔਰ ਨੰਬਰ 2 ਇਜ਼ ਅਵੋਇਡ ਓਪਨ ਡੈਫਿਕੇਸ਼ਨ ਮੀਨਸ ਖੁੱਲੇ ਵਿੱਚ ਸ਼ੌਚ नहीं होना चाहिए। लास्ट F इज़ बेटा फ्लड्स। फ्लड्स यानी कि बाढ़, है ना। तो ਇਹਦੇ ਵਿੱਚ ਆਪਾਂ ਕੀ पढ़ रहे हैं? फर्स्ट पॉइंट है प्रॉपर ड्रेनेज सिस्टम। प्रॉपर ਜਿਹੜਾ निकास प्रणाली है वो प्रॉपर होनी चाहिए है। क्लियर। साफ सुथरा ढंग होना चाहिए एक। एंड नंबर 2 इज़ ट्रीटमेंट ऑफ वाटर जिन्होंने असी सैनीटेशन च कंसिडर करते हैं ट्रीटमेंट ऑफ वाटर नू कि
ਪਾਣੀ ਦਾ ਅੱਛੀ ਤਰ੍ਹਾਂ ਸਾਫ਼ ਸਫਾਈ ਹੋਏ ਔਰ ਫਿਰ ਉਹਨੂੰ ਸਟੋਰ ਕੀਤਾ ਜਾਏ। ਕਲੀਅਰ ਬੇਟਾ? ਹੁਣ ਬੇਟਾ ਜੀ ਗੱਲ ਕਰੀਏ ਤਾਂ ਆਪਾਂ ਇਹ ਦੇਖਦੇ ਹਾਂ ਕਿ ਸਾਨੂੰ ਪਤਾ ਕਿੱਥੋਂ ਲੱਗਦਾ ਹੈ ਕਿ ਕੋਈ ਬਿਮਾਰੀ ਹੈ, ਡਿਜ਼ੀਜ਼ ਹੈ। ਸਭ ਤੋਂ ਪਹਿਲਾਂ ਬੇਟਾ, ਇਸ ਤੋਂ ਪਹਿਲਾਂ ਵੀ ਅਸੀਂ ਇੱਕ ਪੁਆਇੰਟ ਕਰਦੇ ਹਾਂ, ਡਿਜ਼ੀਜ਼ ਹੁੰਦੀ ਕੀ ਹੈ? ਡਿਜ਼ੀਜ਼ ਬੇਟਾ ਦੋ ਅਕਸ਼ਰਾਂ ਤੋਂ ਮਿਲਾ ਕੇ ਬਣਿਆ, ਡਿਸ ਪਲੱਸ ਈਜ਼। ਡਿਸ ਮਤਲਬ ਵਿਦਾਊਟ, ਈਜ਼ ਮਤਲਬ ਕੰਫਰਟ, ਯਾਨੀ ਕਿ ਤੁਹਾਡੀ ਬੋਡੀ 'ਚ ਕਿਸੇ ਤਰ੍ਹਾਂ ਦਾ ਕੰਫਰਟ ਨਾ ਹੋਵੇ, ਉਸ ਕੰਡੀਸ਼ਨ ਨੂੰ ਅਸੀਂ ਕੀ ਕਹਿ ਰਹੇ ਹਾਂ? ਡਿਜ਼ੀਜ਼, ਯਾਨੀ ਕਿ ਰੋਗ। ਔਰ ਰੋਗ ਦਾ ਸਾਨੂੰ ਕਿੱਥੋਂ ਪਤਾ ਚੱਲ ਰਿਹਾ? ਅਗਰ ਆਪਾਂ ਦੇਖੀਏ, ਹਰ ਇੱਕ ਡਿਜ਼ੀਜ਼ ਦੇ ਕੋਈ ਨਾ ਕੋਈ ਲੱਛਣ ਹੁੰਦੇ ਆ ਜਿਹ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਸਾਡੀ ਸਿਹਤ ਕੀ ਹੈ? ਖਰਾਬ ਹੈ। ਕਲੀਅਰ ਬੇਟਾ? ਅਗਰ ਅਸੀਂ ਡਾਕਟਰ ਕੋਲ ਵੀ ਜਾਂਦੇ ਹਾਂ ਤਾਂ ਉਹ ਪੁੱਛਦਾ ਹੈ ਕਿ ਬਈ ਸਿੰਮਟਮਸ, ਉਹ ਹਰ ਇੱਕ ਚੀਜ਼ ਪੁੱਛਦਾ ਹੈ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਸਿੰਮਟਮਸ ਆ ਰਹੇ, ਜਿਸ ਤੋਂ ਅੰਦਾਜ਼ਾ ਲਗਾਉਂਦਾ ਹੈ ਕਿ ਬਈ ਇਹਨਾਂ ਨੂੰ ਕਿਹੜੀ ਪ੍ਰੋਬਲਮ ਹੋ ਸਕਦੀ ਹੈ ਨਾ। ਤਾਂ ਅਸੀਂ ਇਹ 'ਚ ਮੇਨ ਜਿਹੜੀਆਂ ਆਪਾਂ ਟਾਈਪਸ ਕਰ ਰਹੇ ਹਾਂ ਹੁਣ, ਡਿਫਰੈਂਟ ਟਾਈਪਸ ਡਿਜ਼ੀਜ਼ਿਸ ਦੀਆਂ। ਪਹਿਲੀ ਹੈ ਬੇਟਾ, ਇਹਦੇ ਜਿਹੜਾ ਰੋਗ ਸਾਡੇ ਅੰਦਰ ਆਪਾਂ ਕਹਿੰਦੇ ਹਾਂ ਕੋਈ ਲੰਬੇ ਸਮੇਂ ਲਈ ਚੱਲਦਾ ਹੈ, ਮਤਲਬ ਜਾਂ ਪੂਰਾ ਜੀਵਨ ਕਾਲ ਚੱਲਦਾ ਰਹਿੰਦਾ ਹੈ, ਉਹਨਾਂ ਰੋਗਾਂ ਨੂੰ ਅਸੀਂ ਕੀ ਕਹਿੰਦੇ ਹਾਂ? ਦੀਰਘਕਾਲੀਨ ਰੋਗ, ਲੰਬੇ ਸਮੇਂ ਤੱਕ ਚੱਲ ਰਹੇ ਨੇ। ਜਿਵੇਂ ਕਿ ਆਪਾਂ ਇਹਨਾਂ ਨੂੰ ਕਹਿ ਦਈਏ ਕਰੋਨਿਕ ਡਿਜ਼ੀਜ਼ਿਸ, ਕਿ ਪੂਰਾ ਲੰਬਾ ਦਵਾਈ ਚੱਲਦੀ ਹੀ ਰਹਿਣੀ ਹੈ। ਫੋਰ ਐਗਜ਼ਾਮਪਲ ਐਲੀਫੈਂਟੀਐਸਿਸ, ਜਿਹਨੂੰ ਹਾਥੀ ਪੈਰ ਕਿਹਾ ਜਾਂਦਾ, ਕਿ ਪੈਰ ਜਿਹੜੇ ਹੁੰਦੇ ਨੇ ਉਹ ਹਾਥੀ ਦੀ ਤਰ੍ਹਾਂ ਇਹਨੇ ਸਵੈਲ ਕਰ ਜਾਂਦੇ ਨੇ। ਸੈਕਿੰਡ ਇਜ਼ ਐਸਥਮਾ, ਹੈ ਨਾ, ਟੀਬੀ, ਜਿਹੜੀ ਐਸਥਮਾ ਸਾਹ ਦੀ ਪ੍ਰੋਬਲਮ ਹੈ। ਕਲੀਅਰ? ਟੀਬੀ ਸਾਡੇ ਲੰਗਸ ਦੀ ਪ੍ਰੋਬਲਮ ਹੋ ਸਕਦੀ ਹੈ। ਕਲੀਅਰ ਬੱਚੇ? ਔਰ ਕੁਝ ਰੋਗ ਇੱਦਾਂ ਦੇ ਹੁੰਦੇ ਜਿਹੜੇ ਬਹੁਤ ਥੋੜ੍ਹੀ ਦੇਰ ਤੱਕ ਰਹਿੰਦੇ ਆ, ਜਿਵੇਂ ਕਿ ਹੋਇਆ 2-3 ਦਿਨ 'ਚ ਠੀਕ ਹੋ ਗਿਆ, ਹਫਤਾ ਲੱਗਿਆ ਅਸੀਂ ਠੀਕ ਹੋ ਗਏ, ਇਹਨਾਂ ਨੂੰ ਆਪਾਂ ਕਹਿੰਦੇ ਅਲਪਕਾਲੀਨ ਰੋਗ, ਯਾਨੀ ਕਿ ਐਕਿਊਟ ਡਿਜ਼ੀਜ਼ਿਸ, ਜਿਹੜੀਆਂ ਘੱਟ ਸਮੇਂ ਲਈ ਹੋ ਰਹੀਆਂ ਨੇ, ਹੈ ਨਾ, ਥੋੜ੍ਹੀ ਦੇਰ ਲਈ ਹੁੰਦੀਆਂ ਪਈਆਂ, ਉਹਨਾਂ ਨੂੰ ਆਪਾਂ ਕਹਿ ਰਹੇ ਹਾਂ ਅਲਪਕਾਲੀਨ, ਐਕਿਊਟ। ਫੋਰ ਐਗਜ਼ਾਮਪਲ ਕੋਲਡ ਲੱਗ ਗਿਆ, ਹੈ ਨਾ, ਠੰਡ ਲੱਗ ਗਈ ਸਾਨੂੰ, ਹਫਤੇ ਬਾਅਦ ਆਪਾਂ ਠੀਕ ਹੋ ਜਾਂਦੇ ਹਾਂ। ਇਟ ਮੀਨਸ ਹੁਣ ਆਪਾਂ ਇਹ ਦੇਖ ਰਹੇ ਹਾਂ ਕਿ ਬਈ ਜਿਹੜੇ ਅਲਪਕਾਲੀਨ ਰੋਗ ਸੀਗੇ, ਜਿਹੜੇ ਘੱਟ ਸਮੇਂ ਲਈ ਰਹਿ ਰਹੇ ਸੀ, ਉਹ ਉਹਨਾਂ ਨੂੰ ਇੰਨਾ ਟਾਈਮ ਨਹੀਂ ਮਿਲਦਾ ਕਿ ਉਹ ਸਾਡੀ ਸਿਹਤ ਨੂੰ ਇੰਨਾ ਪ੍ਰਭਾਵਿਤ ਕਰਨ, ਪਰ ਜਿਹੜੇ ਦੀਰਘਕਾਲੀਨ ਰੋਗ ਹੁੰਦੇ ਆ ਉਹ ਸਾਡੀ ਸਿਹਤ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਨੇ। ਕਲੀਅਰ? ਹੁਣ ਜਿਹੜੀ ਲੰਬੇ ਸਮੇਂ ਤੱਕ ਆਪਾਂ ਕਹਿੰਦੇ ਦਾ ਕਾਰਨ ਕੀ ਹੋ ਸਕਦਾ? ਬਈ ਲੰਬੇ ਸਮੇਂ ਤੱਕ ਅਗਰ ਅਸੀਂ ਇੱਕ ਪ੍ਰੋਪਰ ਬੈਲੈਂਸ ਡਾਈਟ ਨਹੀਂ ਖਾਂਦੇ ਹਾਂ ਤਾਂ ਕੀ ਹੋ ਸਕਦਾ? ਮਾਲ ਨਿਊਟ੍ਰੀਸ਼ਨ ਹੋ ਸਕਦੀ ਹੈ, ਕੁਪੋਸ਼ਣ ਦੇ ਸ਼ਿਕਾਰ ਹੋ ਸਕਦੇ ਹਾਂ, ਉਹ ਇੱਕ ਦੀਰਘਕਾਲੀਨ ਰੋਗ ਦਾ ਕਾਰਨ ਬਣ ਸਕਦਾ। ਕਲੀਅਰ ਬੱਚੇ? ਔਰ ਇੱਕ ਹੋਰ ਤਰੀਕੇ ਦੁਆਰਾ ਅਸੀਂ ਦੇਖਦੇ ਹਾਂ ਕਿ ਬਈ ਰੋਗ ਫੈਲ ਸਕਦੇ ਨੇ, ਜਿਵੇਂ ਅਸੀਂ ਦੋ ਤਰ੍ਹਾਂ ਦੇ ਰੋਗ ਪੜ੍ਹਦੇ ਹਾਂ, ਛੂਤ ਦਾ ਤੇ ਅਛੂਤ ਦੇ ਰੋਗ। ਹੁਣ ਅਗਰ ਆਪਾਂ ਕਾਰਨ ਪੁੱਛੀਏ ਕਿ ਬਈ ਛੂਤ ਤੇ ਅਛੂਤ ਦੇ ਕਾਰਨ ਕੀ ਨੇ, ਤਾਂ ਪਹਿਲੀ ਗੱਲ ਆਉਂਦੀ ਹੈ, ਇਹਦਾ ਕਾਜ਼ ਇਹ ਹੈ ਕਿ ਜਿਹੜਾ ਛੂਤ ਦਾ ਰੋਗ ਹੈ ਉਹ ਸੂਖਮ ਜੀਵਾਂ ਦੇ ਕਾਰਨ ਹੁੰਦੇ ਨੇ। ਸੂਖਮ ਜੀਵ ਮਤਲਬ ਮਾਈਕਰੋ ਆਰਗੈਨਿਜ਼ਮਸ, ਯਾਨੀ ਕਿ ਛੂਤ ਦੇ ਰੋਗ ਉਹ ਹੁੰਦੇ ਨੇ ਬੇਟਾ ਕਿ ਜਿਹੜੇ ਇੱਕ ਪਰਸਨ ਤੋਂ ਦੂਜੇ ਪਰਸਨ ਤੱਕ ਫੈਲਦੇ ਨੇ, ਕਿ ਇੱਕ ਬਿਮਾਰ ਵਿਅਕਤੀ ਤੋਂ ਦੂਸਰੇ ਕਿਸੇ ਸਵਸਥ ਵਿਅਕਤੀ ਨੂੰ, ਹੈਲਦੀ ਪਰਸਨ ਨੂੰ ਉਹ ਫੈਲ ਜਾਏਗਾ। ਕਿੱਦਾਂ ਫੈਲਿਆ? ਮਾਈਕਰੋ ਆਰਗੈਨਿਜ਼ਮਸ ਨਾਲ ਬੇਟਾ ਜੀ, ਹੈ ਨਾ। ਹੁਣ ਦੂਸਰੀ ਗੱਲ ਅਗਰ ਅਸੀਂ ਕਰੀਏ ਕਿ ਬਈ ਜਿਹੜੇ ਰੋਗ ਜਿਹੜੇ ਇਹਨਾਂ ਸੂਖਮ ਜੀਵਾਂ ਦੁਆਰਾ ਨਹੀਂ ਫੈਲਦੇ, ਇੱਕ ਬੰਦੇ ਤੋਂ ਦੂਜੇ ਬੰਦੇ ਨੂੰ ਨਹੀਂ ਫੈਲਦੇ, ਜਿਨ੍ਹਾਂ ਦਾ ਕਾਰਨ ਕੋਈ ਅੰਦਰੂਨੀ ਇੰਟਰਨਲੀ ਕਾਰਨ ਹੁੰਦਾ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਅਛੂਤ ਦੇ ਰੋਗ। ਕਲੀਅਰ ਬੇਟਾ? ਛੂਤ ਦੇ ਰੋਗ ਨੂੰ ਕਿਹਾ ਜਾਂਦਾ ਕਮਿਊਨੀਕੇਬਲ ਡਿਜ਼ੀਜ਼ਿਸ, ਅਛੂਤ ਦੇ ਰੋਗਾਂ ਨੂੰ ਕਿਹਾ ਜਾਂਦਾ ਨਾਨ ਕਮਿਊਨੀਕੇਬਲ ਡਿਜ਼ੀਜ਼ਿਸ। ਫੋਰ ਐਗਜ਼ਾਮਪਲ ਆਪਾਂ ਕਹਿੰਦੇ ਹਾਈ ਬਲੱਡ ਪ੍ਰੈਸ਼ਰ, ਹੈ ਨਾ, ਕੈਂਸਰ ਦਾ ਰੋਗ ਹੋ ਗਿਆ, ਮਤਲਬ ਕੋਈ ਅਨੁਵੰਸ਼ਿਕ ਦੋਸ਼ ਹੋ ਸਕਦਾ ਇਹਦੇ ਅੰਦਰ, ਇਹ ਤਾਂ ਇੰਟਰਨਲ ਰੀਜ਼ਨ ਹੋ ਗਿਆ, ਹੈ ਨਾ। ਫੋਰ ਐਗਜ਼ਾਮਪਲ ਹਾਈ ਬਲੱਡ ਪ੍ਰੈਸ਼ਰ, ਕੋਈ ਬੰਦਾ ਪ੍ਰੋਪਰਲੀ ਐਕਸਰਸਾਈਜ਼ ਨਹੀਂ ਕਰ ਰਿਹਾ, ਜ਼ਿਆਦਾ ਫਰਾਈਡ ਖਾਣਾ ਖਾ ਰਿਹਾ ਹੈ, ਤਾਂ ਉਹਨੂੰ ਇੱਦਾਂ ਦੀ ਪ੍ਰੋਬਲਮ ਆ ਗਈ। ਕਲੀਅਰ? ਹੁਣ ਆਪਾਂ ਇਹ ਦੇਖਣਾ ਹੈ ਕਿ ਸੂਖਮ ਜੀਵ ਦੀਆਂ ਕਿਹੜੀਆਂ ਕੈਟੇਗਰੀਜ਼ ਨੇ ਜਿਹੜੇ ਇਸ ਤਰ੍ਹਾਂ ਦੇ ਰੋਗ ਫੈਲਾਉਂਦੀਆਂ ਨੇ। ਉਹ ਨੇ ਬੇਟਾ ਵਾਇਰਸ, ਯਾਨੀ ਕਿ ਵਿਸ਼ਾਣੂ, ਜੀਵਾਣੂ ਯਾਨੀ ਕਿ ਬੈਕਟੀਰੀਆ, ਉੱਲੀ ਮਤਲਬ ਫੰਜਾਈ, ਹੈ ਨਾ, ਔਰ ਆਪਾਂ ਕੀ ਪੜ੍ਹਦੇ ਹਾਂ? ਪ੍ਰੋਟੋਜ਼ੋਆ, ਜਿਹਦੇ 'ਚ ਇੱਕ ਸੈਲੀ ਜੀਵ ਆਉਂਦੇ ਨੇ। ਔਰ ਇੱਕ ਹੋਰ ਬੜੀ ਇੰਪੋਰਟੈਂਟ ਕੈਟੇਗਰੀ ਹੈ ਵਰਮਸ। ਵਰਮਸ ਯਾਨੀ ਕਿ ਕਿਰਮ, ਹੈ ਨਾ, ਇਹ ਬਹੁ ਸੈਲੀ ਜੀਵ ਨੇ ਜਿਹੜੇ ਬਿਮਾਰੀਆਂ ਫੈਲਾ ਰਹੇ ਨੇ। ਅਸੀਂ ਪੜ੍ਹਦੇ ਹਾਂ ਬੱਚਿਆਂ ਦੇ ਪੇਟ 'ਚ ਕੀੜੇ ਹੋ ਜਾਂਦੇ ਨੇ, ਉਹੀ ਵਰਮਸ ਨੇ ਜਿਨ੍ਹਾਂ ਨੂੰ ਅਸੀਂ ਕੀ ਕਹਿੰਦੇ ਹਾਂ? ਰਾਊਂਡ ਵਰਮ ਕਹਿੰਦੇ ਹਾਂ। ਬੇਟਾ ਤੁਹਾਨੂੰ ਇੱਥੇ ਇੱਕ ਮੈਂ ਬੜਾ ਇੰਪੋਰਟੈਂਟ ਪੁਆਇੰਟ ਯਾਦ ਕਰਾਉਣਾ ਚਾਹੂੰਗੀ ਕਿ ਤੁਸੀਂ ਇੱਕ ਪ੍ਰੋਬਲਮ ਸੁਣੀ ਹੋਣੀ ਹੈ ਪੈਪਟਿਕ ਅਲਸਰ ਦੀ, ਹੈ ਨਾ। ਪੈਪਟਿਕ ਅਲਸਰ ਪੇਟ ਦੇ ਅੰਦਰੂਨੀ ਵਾਲ 'ਚ ਹੋਣ ਵਾਲੇ ਜ਼ਖਮ ਨੇ, ਜੋ ਕਿ ਸੋਚਿਆ ਜਾਂਦਾ ਕਿ ਸ਼ਾਇਦ ਐਸਿਡਿਟੀ ਕਰਕੇ ਇਹ ਪ੍ਰੋਬਲਮ ਹੁੰਦੀ ਸੀ, ਲੇਕਿਨ ਫਿਰ ਵਿਗਿਆਨਿਕਾਂ ਨੇ ਖੋਜ ਕੀਤੀ ਕਿ ਨਹੀਂ, ਇਹ ਜਿਹੜੀ ਪ੍ਰੋਬਲਮ ਹੈ ਇਹ ਇਕੱਲੇ ਉਸ ਕਰਕੇ ਨਹੀਂ ਹੈ, ਸਾਡੇ ਪੇਟ ਦੇ ਅੰਦਰਲੀ ਵਾਲ 'ਤੇ ਇੱਕ ਬੈਕਟੀਰੀਆ ਗਰੋ ਕਰਨ ਲੱਗ ਜਾਂਦਾ ਜਿਹਨੂੰ ਕਹਿੰਦੇ ਆ ਹੈਲੀਕੋਬੈਕਟਰ ਪਾਇਲੋਰੀ,
बेटा तुहानूं नाम याद रखना पएगा हेलिकोबैक्टर पायलोरी, जो कि साडे पेट की अंदरली सतह ते किहड़ी प्रॉब्लम करदा बेटा, पैप्टिक अल्सर की प्रॉब्लम करदा है। तो जो विग्यानिकां ने इसकी खोज कर ली तो ये लिए इलाज लभ्या गया। दैन मैडिसन की फील्ड विच इन्हां साइंटिस्ट नूं बेटा नोबल पुरस्कार भी मिलिया, नाम सीगा मार्शल ते वॉरेन, क्लीयर, जिन्हां ने इस बीमारी का इलाज लभ्या एंड दैन उन्होंने नोबल प्राइज़ दिता गया। बच्चे हुण असीं देखांगे कि जिहड़े रोग ने किस किस द्वारा फैल सकते हैं। असीं हुणे पढ़िया विषाणु, जीवाणु, उल्ली, प्रोटोजोआ। तो देखते हैं किहड़े किहड़े रोग ने। सब तो पहले आंदा विषाणुओं द्वारा, खांसी, जुकाम, इन्फ्लुएंजा, डेंगू, बुखार, एड्स, ये सारी बीमारियां किहदे नाल हो रही बेटा, वायरस नाल हो रही हैं, क्लीयर। दैन आपां गल करते हैं जीवाणु द्वारा, यानी कि बैक्टीरिया द्वारा। टाइफाइड बुखार, हैजा, टीबी, एंथ्रैक्स, ये सारिया बीमारियां किहदे नाल हो रही हैं बेटा, बैक्टीरिया नाल हो रही हैं, क्लीयर। दैन नैक्सट आंदा है उल्ली द्वारा होने वाली बीमारियां। साडे ज़्यादातर जिहड़े स्किन दे प्रॉब्लम्स ने, चमड़ी दे रोग ने, वो फंजाई करके फैलते हैं। दैन इज प्रोटोजोआ, जिहड़े एक सैली जीव असीं पढ़े, ਇਹਦੇ करके किहड़ी बीमारी हो रही है, मलेरिया, कालाजार। बेटा जिहड़ी कालाजार है, ਇਹਦਾ ਜਿਹੜਾ प्रोटोजोआ है ਉਹਦਾ नाम ਹੁੰਦਾ ਲੈਸ਼ਮਾਨੀਆ, यानी कि ਲੈਸ਼ਮਾਨੀਆ ਜਿਹੜਾ है वो कालाजार ਦਾ रोग कारक है, क्लीयर। और अगर असीं गल करिए मलेरिया की, तुसीं जानते हो ਇਹਦਾ प्रोटोजोआ ਜਿਹੜਾ पॉजिटिव एजेंट कौन है, वो है प्लाज्मोडियम। बेटा एक होर बीमारी आती है प्रोटोजोआ के अंदर, जिसका नाम है स्लीपिंग सिकनेस, यानी कि नींद की बीमारी। इनू करन वाला जो प्रोटोजोआ है उसका नाम की है बेटा, ट्रिपैनोसोमा, क्लीयर। तो यह अलग अलग असी डिजीज़ पढ़िया जिहड़ियां कि यह अलग अलग माइक्रो ऑर्गेनिजम्स द्वारा फैलदियां ने। हुण बच्चे आपां देखना है कि इन्हां ऑर्गेनिजम्स नूं कंट्रोल करन दा की तरीका हो सकता है। कुछ तो आपां कहने हैं कि दवाइयां हो सकदियां ने जिहड़ियां इन्हां नूं खत्म करनगियां। तो एक असी वर्ग पढ़न जा रहे हैं जिन्होंने क्या जाता है प्रतिजैविक दवाइयाँ, यानी कि एंटीबायोटिक्स। हुण बेटा बड़ी एक इंपॉर्टेंट एंटीबायोटिक की मैं इत्थे एग्जाम्पल दे रही हाँ, पेंसिलिन। यह भी एक फंजाई तो तैयार की गई एंटीबायोटिक है, दवाई है, जिसका नाम है पेंसिलिन। बेटा यदा काम की है, पेंसिलिन की करती है, जीवाणु की सैल भित्ति बनाने की प्रक्रिया नूं रोकती है। तुहानूं पता है जिहड़े बैक्टीरिया होंदे हैं उन्हां दे अंदर प्रोसैसिस होंदियां ने कि वो अपनी सैल वॉल फॉर्मेशन करते हैं, क्योंकि तुहानूं पता है बैक्टीरिया का एक सैलूलर स्ट्रक्चर है ना, उन्होंने सैल वॉल बनानी है। पेंसिलिन ने वो जिहड़ी सैल वॉल है उसनूं बनन नहीं देना, पूरा नहीं होने देना, बैक्टीरिया का स्ट्रक्चर पूरा नहीं होएगा, क्लीयर, जिहदे करके बैक्टीरिया की की हो जाएगी, मौत हो जाएगी, मर जाएगी। सपोज साडे अंदर कोई बैक्टीरियल इन्फैक्शन हो गई, असी एंटीबायोटिक खादा, उन्हें अंदर जिहड़ा बैक्टीरिया साडे अंदर जाके अपने आप नूं मल्टीप्लाई कर रहा सी, पेंसिलिन ने उन्होंने ग्रो करन नहीं दिता, वो मर गया। पर असी ये भी तो सोच सकते हैं कि बई क्या वो प्रतिजैविक दवाई साडे सैलों नूं नहीं मारेगी, पर नहीं, मनुख के जिहड़े सैल होंदे बेटा वो सैल भित्ति नहीं बनाते। ये याद रखना है, मनुख के सैल च सैल वॉल नहीं बनती, जिदे करके साडे उपर इन्हां दवाइयां का कोई प्रभाव नहीं पैंदा। और एक चीज़ होर, यह प्रतिजैविक दवाइयां का प्रभाव विषाणुओं ते भी नहीं पैंदा। क्यों? सपोज अगर तुहानूं कोई कोल्ड हो गया, तुसी कोई एंटीबायोटिक खाते हो तो कोई फर्क नहीं पेगा। यह नहीं है कि कोल्ड अगर हफ्ते च ठीक हो जाता है तो एक बच्चे ने एंटीबायोटिक खा लिया तो उन्होंने 2 दिन च ठीक हो जाएगा, नो, उन्होंने भी हफ्ता ही लगेगा। ਉਹਦਾ कारण की है बेटा कि ਜਿਹੜੇ वायरस ਹੁੰਦੇ ना ਉਹਨਾਂ ਦਾ कोई भी सैलूलर स्ट्रक्चर नहीं ਹੁੰਦਾ, ਉਹਨਾਂ ਦੇ ਬਾਹਰ कोई सैल भित्ति इदा ਦਾ स्ट्रक्चर नहीं है। तो प्रतिजैविक दवाई एक्ट किहदे ते करेगी, क्लीयर बेटा, ਉਹਨੇ ਉਹਦੇ ਤੇ ਕੰਮ ही नहीं कर पाना। इस करके अगर विषाणु की गल करिए तो विषाणु अगर कोई डिजीज़ कर रहा है तो ਉਹਦੇ केस ਵਿੱਚ ਸਾਨੂੰ एंटीबायोटिक खाना नहीं चाहिए, क्लीयर। नैक्सट असी करांगे हवा द्वारा फैलन वाले रोग। बेटा सब तो पहले आप यह देखते हैं कि रोग फैलन के साधन की है, मीनस ऑफ स्प्रैडिंग ऑफ डिजीज़ की है। बेटा आप देखते हैं कि जदों सूक्ष्म जीव कारक जिहड़े हुंदे ने वो रोगी तो दूजे सेहतमंद मनुखों तक ਵੱਖ-ਵੱਖ तरीकों द्वारा फैलते हैं, है ना, या उन्हों का संचार होंदा है। इन्हां रोगों नूं असीं संचारी रोग कहने हैं। मेनली हवा द्वारा फैलते हैं, क्लीयर, जिद्दां कि खांसी, जुकाम, निमोनिया, टीबी। किस तरह बेटा, सामने तुहाडे एक पिक्चर शेयर हो रही है, तुसीं देखो जदों कोई इदां दा इफैक्टेड परसन कोई आपां कहने आ वो स्नीज़ करता है, निच्छा मारदा है या कोई खांसी करता है तो वो मूँह चों बहुत सारे की निकलते हैं, ड्रॉप्स निकलते हैं।
ਹੁਣ ਬੇਟਾ ਜਿਹੜੀਆਂ ਉਹ ਬੂੰਦਾਂ ਨਿਕਲਦੀਆਂ ਨੇ ਇਹਨੂੰ ਡ੍ਰੌਪਲੇਟ ਇਨਫੈਕਸ਼ਨ ਕਿਹਾ ਜਾਂਦਾ ਹੈ। ਉਹ ਜਿਹੜੀਆਂ ਬੂੰਦਾਂ ਨਿਕਲੀਆਂ ਉਹ ਸਾਰੀਆਂ ਹਵਾ 'ਚ ਫੈਲ ਗਈਆਂ। ਅਗਰ ਕੋਈ ਪਰਸਨ ਉਹਦੇ ਨੇੜੇ ਖੜਾ ਹੈ ਤਾਂ ਉਹ ਡਾਇਰੈਕਟ ਉਹਦੇ ਕੰਟੈਕਟ 'ਚ ਆ ਗਿਆ, ਠੀਕ ਹੈ, ਹਵਾ ਦੇ ਅੰਦਰ ਕਿਉਂਕਿ ਉਹ ਫੈਲਿਆ, ਉਹਨੇ ਉਸਨੂੰ ਇਨਹੇਲ ਕੀਤਾ, ਇੱਕ ਹੈਲਦੀ ਪਰਸਨ ਨੇ, ਉਹਨੂੰ ਵੀ ਉਹ ਪ੍ਰੋਬਲਮ ਸ਼ੁਰੂ ਹੋ ਗਈ। ਕਲੀਅਰ? ਇਸ ਕਰਕੇ ਕਿਹਾ ਜਾਂਦਾ ਹੈ ਕਿ ਹਮੇਸ਼ਾ ਇੱਦਾਂ ਦੇ ਅਗਰ ਪਰਸਨਸ ਨੇੜੇ ਖੜੇ ਹੋਣ ਤਾਂ ਸਾਨੂੰ ਇਨਫੈਕਸ਼ਨ ਕੈਚ ਕਰਨ ਦੇ ਚਾਂਸਿਸ ਬਹੁਤ ਜ਼ਿਆਦਾ ਨੇ। ਬੇਟਾ ਤੁਸੀਂ ਅੱਜ ਕੱਲ੍ਹ ਜਿਹੜੀ ਕਰੋਨਾ ਦੀ ਇੰਨੀ ਪ੍ਰੋਬਲਮ ਚੱਲ ਰਹੀ ਹੈ ਉਹਦੇ 'ਚ ਆਪਾਂ ਇੱਕ ਪੁਆਇੰਟ ਬਾਰ-ਬਾਰ ਪੜ੍ਹਦੇ ਹਾਂ, ਤੁਹਾਨੂੰ ਦੱਸਿਆ ਜਾਂਦਾ ਸੋਸ਼ਲ ਡਿਸਟੈਂਸਿੰਗ। ਉਹ ਇਹੀ ਚੀਜ਼ ਹੈ ਕਿ ਅਸੀਂ ਇੱਕ ਬੰਦੇ ਤੋਂ ਦੂਸਰੇ ਬੰਦੇ ਤੱਕ ਘੱਟੋ ਘੱਟ ਆਪਾਂ ਕਹਿੰਦੇ 1 ਮੀਟਰ ਦੀ ਦੂਰੀ ਬਣਾ ਕੇ ਰੱਖੀਏ ਕਿ ਅਗਰ ਉਹਨੂੰ ਕੋਈ ਪ੍ਰੋਬਲਮ ਵੀ ਹੈ ਤਾਂ ਅਸੀਂ ਜਲਦੀ ਉਹਦੀ ਉਸ ਪ੍ਰੋਬਲਮ ਨੂੰ ਕੈਚ ਨਾ ਕਰੀਏ। ਕਲੀਅਰ ਬੱਚੇ? ਦੈਨ ਹੁਣ ਕੁਝ ਰੋਗ ਇੱਦਾਂ ਦੇ ਨੇ ਜਿਹੜੇ ਪਾਣੀ ਦੁਆਰਾ ਫੈਲਦੇ ਨੇ। ਫੋਰ ਐਗਜ਼ਾਮਪਲ ਕੋਲਰਾ। ਕਾਰਨ ਕੀ ਹੈ? ਅਸੀਂ ਹੋ ਸਕਦਾ ਹੈ ਕਿਸੇ ਬੰਦੇ ਨੂੰ ਇਨਫੈਕਸ਼ਨ ਹੈ, ਉਹਦਾ ਜਿਹੜਾ ਵੇਸਟ ਮਟੀਰੀਅਲ ਸੀਗਾ ਹੈ ਨਾ, ਉਹ ਜਿਹੜਾ ਫੀਕਲ ਮੈਟਰ ਸੀ, ਹੋ ਸਕਦਾ ਹੈ ਸਾਫ਼ ਪਾਣੀ ਦੇ ਅੰਦਰ ਰਲ ਗਿਆ ਕਿਸੇ ਕਾਰਨ। ਉਹ ਜਿਹੜਾ ਪਾਣੀ ਗੰਦਾ ਹੋ ਗਿਆ, ਉਹ ਪਾਣੀ ਨੂੰ ਕਿਸੇ ਹੈਲਦੀ ਪਰਸਨ ਨੇ ਕੰਜ਼ਿਊਮ ਕਰ ਲਿਆ। ਜਾਂ ਮੱਛਰ ਮੱਖੀਆਂ ਜਿਹੜੀਆਂ ਹੁੰਦੀਆਂ ਨੇ, ਹਾਊਸ ਫਲਾਈਜ਼ ਹੁੰਦੀਆਂ ਨੇ, ਉਹ ਬਾਹਰ ਓਪਨ 'ਚ ਕਿਧਰੇ ਫੀਕਲ ਮੈਟਰ ਪਿਆ ਸੀ ਉਹਦੇ 'ਤੇ ਬੈਠੇ, ਉੱਥੋਂ ਉੱਠ ਕੇ ਆ ਕੇ ਸਾਡੇ ਭੋਜਨ 'ਤੇ ਬੈਠ ਗਏ, ਪਾਣੀ 'ਤੇ ਬੈਠ ਗਏ, ਉਹੀ ਪਾਣੀ ਅਸੀਂ ਪੀ ਰਹੇ ਹਾਂ, ਤਾਂ ਵੀ ਸਾਨੂੰ ਹੈ ਕੋਲਰਾ ਦੀ ਪ੍ਰੋਬਲਮ ਹੋ ਰਹੀ ਹੈ। ਕਲੀਅਰ? ਹੁਣ ਨੈਕਸਟ ਇੱਦਾਂ ਦੇ ਕੁਝ ਰੋਗ ਆਉਂਦੇ ਨੇ ਜਿਹੜੇ ਲਿੰਗੀ ਸੰਬੰਧਾਂ ਨਾਲ ਫੈਲਦੇ ਨੇ। ਉਹਨਾਂ ਨੂੰ ਅਸੀਂ ਕੀ ਕਹਿ ਰਹੇ ਹਾਂ ਬੇਟਾ? ਐਸਟੀਡੀਜ਼, ਯਾਨੀ ਕਿ ਸੈਕਸ਼ੂਅਲੀ ਟਰਾਂਸਮਿਟਡ ਡਿਜ਼ੀਜ਼ਜ਼, ਲਿੰਗੀ ਸੰਚਾਰੀ ਰੋਗ। ਹੁਣ ਬੇਟਾ ਸਿਫਿਲਿਸ ਜਾਂ ਏਡਜ਼ ਦੀ ਇਹਦੇ 'ਚ ਉਦਾਹਰਨ ਦਿੰਦੇ ਹਾਂ ਕਿ ਜੋ ਕਿ ਇੱਕ ਅਫੈਕਟਡ ਸਾਥੀ ਤੋਂ ਦੂਜੇ ਅਫੈਕਟਡ ਸਾਥੀ ਤੱਕ ਉਹਨਾਂ ਦੇ ਇੱਕ ਦੂਜੇ ਦੇ ਆਪਸੀ ਸੰਬੰਧ ਦੁਆਰਾ ਪਹੁੰਚਦਾ ਹੈ ਨਾ। ਏਡਜ਼ ਦੀ ਬਿਮਾਰੀ ਬੇਟਾ ਖੂਨ ਚੜਾਉਣ ਨਾਲ ਵੀ ਫੈਲਦਾ ਹੈ ਕਿ ਅਗਰ ਏਡਜ਼ ਦੇ ਕਿਸੇ ਰੋਗੀ ਨੇ ਆਪਣਾ ਖੂਨ ਦਾਨ ਕਰਤਾ ਤੇ ਉਸ ਖੂਨ ਨੂੰ ਕਿਸੇ ਹੈਲਦੀ ਪਰਸਨ ਨੂੰ ਦੇ ਦਿੱਤਾ ਗਿਆ, ਉਹਨੂੰ ਵੀ ਏਡਜ਼ ਹੋ ਜਾਏਗੀ। ਕਲੀਅਰ? ਅਗਰ ਕੋਈ ਲੇਡੀ ਹੈ ਜੋ ਕਿ ਪ੍ਰੈਗਨੈਂਟ ਲੇਡੀ ਹੈ, ਉਸਨੇ ਆਪਣੇ ਬੱਚੇ ਨੂੰ ਜਨਮ ਦੇਣਾ ਹੈ, ਅਗਰ ਉਹ ਲੇਡੀ ਨੂੰ ਏਡਜ਼ ਦੀ ਪ੍ਰੋਬਲਮ ਹੈ ਬੇਟਾ, ਤਾਂ ਅੱਗੇ ਉਸਦੇ ਬੱਚੇ 'ਚ ਵੀ ਇਹ ਡਿਜ਼ੀਜ਼ ਟ੍ਰਾਂਸਫਰ ਹੋ ਜਾਏਗੀ। ਠੀਕ? ਤਾਂ ਇਟ ਮੀਨਸ ਹੁਣ ਆਪਾਂ ਇੱਕ ਹੋਰ ਬੜਾ ਇੰਪੋਰਟੈਂਟ ਪੁਆਇੰਟ ਪੜ੍ਹਨ ਜਾ ਰਹੇ ਹਾਂ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਵੈਕਟਰਸ। ਵੈਕਟਰਸ ਯਾਨੀ ਕਿ ਰੋਗ ਵਾਹਕ। ਮੀਨਸ ਜਿਹੜੇ ਕਾਰਕ ਰੋਗਾਂ ਨੂੰ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਪਹੁੰਚਾਉਂਦੇ ਹਨ ਉਹਨਾਂ ਨੂੰ ਰੋਗ ਵਾਹਕ ਕਿਹਾ ਜਾਂਦਾ ਹੈ ਜਾਂ ਵੈਕਟਰ ਕਹਿੰਦੇ ਹੈ। ਫੋਰ ਐਗਜ਼ਾਮਪਲ ਮੱਛਰ, ਜਾਨਵਰ, ਹਵਾ, ਪਾਣੀ, ਇਹ ਸਾਰੇ ਕੀ ਨੇ? ਵੈਕਟਰ ਨੇ। ਮੱਛਰ ਦਾ ਤੁਸੀਂ ਜਾਣਦੇ ਹੋ ਸਾਨੂੰ ਮਲੇਰੀਆ ਦੀ ਡਿਜ਼ੀਜ਼ ਹੁੰਦੀ ਹੈ। ਕਲੀਅਰ? ਤਾਂ ਜਦੋਂ ਮੱਛਰ ਕੱਟਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਮਲੇਰੀਆ ਹੋ ਰਿਹਾ। ਹਰ ਇੱਕ ਮੱਛਰ ਦੇ ਕੱਟਣ ਨਾਲ ਮਲੇਰੀਆ ਨਹੀਂ ਹੋ ਰਿਹਾ। ਸਿਰਫ ਮਾਦਾ ਐਨੋਫਿਲੀਜ਼ ਮੱਛਰ, ਫੀਮੇਲ ਐਨੋਫਿਲੀਜ਼ ਮੱਛਰ ਜਿਹੜਾ ਉਹ ਵੈਕਟਰ ਹੈ। ਜਦੋਂ ਉਸ ਦੇ ਅੰਦਰ ਪ੍ਰੋਟੋਜ਼ੋਆ ਪਲਾਜ਼ਮੋਡੀਅਮ ਜਿਹੜਾ ਹੈ ਉਹ ਰਹਿੰਦਾ ਹੈ ਤੇ ਉਹ ਇੱਕ ਹੈਲਦੀ ਪਰਸਨ ਨੂੰ ਕੱਟੇ ਤਾਂ ਉਹ ਮੱਛਰ ਕੀ ਕਰੇਗਾ? ਉਸ ਬੰਦੇ ਦੇ ਬਲੱਡ ਦੇ ਅੰਦਰ ਉਸ ਪਲਾਜ਼ਮੋਡੀਅਮ ਨੂੰ ਟ੍ਰਾਂਸਫਰ ਕਰੇਗਾ, ਜਿਹਦੇ ਕਾਰਨ ਕੀ ਹੋ ਜਾਏਗਾ? ਉਹਨੂੰ ਮਲੇਰੀਆ ਦੀ ਪ੍ਰੋਬਲਮ ਹੋ ਜਾਏਗੀ। ਕਲੀਅਰ ਬੇਟਾ? ਤਾਂ ਇਹਨਾਂ ਨੂੰ ਰੋਗ ਵਾਹਕ ਕਿਹਾ ਜਾਂਦਾ ਹੈ। ਬੇਟਾ ਜੀ ਹੁਣ ਨੈਕਸਟ ਦੇਖੋ, ਤੁਹਾਡੀ ਸਕਰੀਨ 'ਤੇ ਇੱਕ ਪਿਕਚਰ ਸ਼ੇਅਰ ਹੋ ਰਹੀ ਹੈ ਜਿਹਦੇ 'ਚ ਲਿਖਿਆ ਹੈ ਲਾਗ ਵਾਲੇ ਰੋਗ ਫੈਲਣ ਦੇ ਕੁਝ ਆਮ ਤਰੀਕੇ। ਕੀ ਹੈ? ਜਿਹੜੇ ਕਮਿਊਨੀਕੇਬਲ ਡਿਜ਼ੀਜ਼ਜ਼ ਨੇ, ਜਿਹੜੇ ਇੱਕ ਪਰਸਨ ਤੋਂ ਦੂਜੇ ਪਰਸਨ ਨੂੰ ਹੋ ਸਕਦੇ ਆ, ਕਿਸ ਤਰ੍ਹਾਂ ਸਪਰੈਡ ਕਰ ਸਕਦੇ ਆ। ਫਸਟ ਦੇਖੋ, ਇੱਕ ਸਾਈਡ 'ਤੇ ਲੈਫਟ ਸਾਈਡ 'ਤੇ ਲਿਖਿਆ ਰੋਗੀ ਵਿਅਕਤੀ, ਰਾਈਟ ਹੈਂਡ ਸਾਈਡ 'ਤੇ ਬਣਾਇਆ ਸਿਹਤਮੰਦ ਵਿਅਕਤੀ। ਜਦੋਂ ਆਪਾਂ ਦੇਖ ਰਹੇ ਹਾਂ ਪਹਿਲਾ ਤਰੀਕਾ ਹੋ ਗਿਆ ਨਿੱਜੀ ਸੰਪਰਕ, ਹੱਥ ਮਿਲਾਉਣ ਨਾਲ, ਹੈ ਨਾ, ਕੋਈ ਕੰਟੈਕਟ ਦੇ ਨਾਲ, ਡਾਇਰੈਕਟ ਕੰਟੈਕਟ ਦੇ ਨਾਲ ਆਪਾਂ ਦੇਖ ਰਹੇ ਹਾਂ ਕਿ ਉਹ ਸਿਹਤਮੰਦ ਵਿਅਕਤੀ 'ਚ ਜਾ ਰਿਹਾ ਜਦੋਂ ਅਸੀਂ ਸੰਪਰਕ ਕਰਦੇ ਹਾਂ। ਨੰਬਰ 2 ਹੈ ਹਵਾ ਦੁਆਰਾ। ਡ੍ਰੌਪਲੇਟ ਇਨਫੈਕਸ਼ਨ ਅਸੀਂ ਪੜ੍ਹੇ ਕਿ ਉਹਨੇ ਹਵਾ 'ਚ ਨਿੱਛ ਮਾਰੀ ਜਾਂ ਖਾਂਸੀ ਕੀਤੀ, ਉਹ ਜਿਹੜੇ ਡ੍ਰੌਪਸ ਸੀਗੇ, ਬੂੰਦਾਂ ਸੀਗੀਆਂ, ਉਹ ਇੱਕ ਸਿਹਤਮੰਦ ਵਿਅਕਤੀ ਦੇ ਅੰਦਰ ਆ ਗਈਆਂ। ਕਲੀਅਰ? ਥਰਡ ਪੁਆਇੰਟ ਆਉਂਦਾ ਬੇਟਾ ਸਿੱਧਾ ਸੰਪਰਕ, ਕੋਈ ਡਾਇਰੈਕਟ ਕੰਟੈਕਟ ਹੋ ਰਿਹਾ, ਤੁਸੀਂ ਕਿਸੇ ਦੇ ਅੰਡਰ ਗਾਰਮੈਂਟ ਸ਼ੇਅਰ ਕਰ ਰਹੇ ਹੋ, ਕੱਪੜੇ ਸ਼ੇਅਰ ਕਰ ਰਹੇ ਹੋ। ਕਲੀਅਰ? ਉਹਨਾਂ ਦੇ ਕੋਈ ਯੂਟੈਂਸਿਲਸ ਸ਼ੇਅਰ ਕਰ ਰਹੇ ਹੋ। ਫੋਰਥ ਪੁਆਇੰਟ ਆਉਂਦਾ ਬੇਟਾ ਭੋਜਨ ਦੁਆਰਾ, ਹੈ ਨਾ, ਤੁਸੀਂ ਇੱਕ ਦੂਜੇ ਨਾਲ ਫੂਡ ਸ਼ੇਅਰਿੰਗ ਕਰ ਰਹੇ ਹੋ, ਇੱਕ ਦੂਸਰੇ ਦਾ ਪਾਣੀ ਜੂਠਾ ਪੀ ਰਹੇ ਹੋ, ਤਾਂ ਇਹ ਪ੍ਰੋਬਲਮ ਹੋ ਸਕਦੀ ਹੈ। ਦੈਨ ਫਿਫਥ ਪੁਆਇੰਟ ਆਉਂਦਾ ਬੇਟਾ ਵੈਕਟਰਸ ਦੁਆਰਾ, ਅਸੀਂ ਬਣਾਇਆ ਮੱਛਰ ਦੁਆਰਾ ਜਾਂ ਕੋਈ ਇਨਸੈਕਟਸ ਦੁਆਰਾ ਪ੍ਰੋਬਲਮ ਫੈਲ ਰਹੀ ਹੈ। ਦੈਨ ਸਭ ਤੋਂ ਨੀਚੇ ਦਿਖਾਇਆ ਗਿਆ ਇੱਕ ਰੈਬਿਡ ਡੌਗ ਹੈ, ਹਲਕਾ ਆਇਆ ਹੋਇਆ ਕੁੱਤਾ ਹੈ, ਕੋਈ ਵੀ ਪਸ਼ੂ ਹੈ, ਠੀਕ ਹੈ, ਉਹਨੂੰ ਰੇਬੀਜ਼ ਦੀ ਅਗਰ ਪ੍ਰੋਬਲਮ ਹੈ, ਅਗਰ ਉਹ ਕੱਟ ਲੈਂਦਾ ਹੈ ਸਿਹਤਮੰਦ ਵਿਅਕਤੀ ਨੂੰ, ਤਾਂ ਉਹ ਵੀ ਇੱਕ ਡਿਜ਼ੀਜ਼ ਨੂੰ ਸਪਰੈਡ ਕਰਨ ਦਾ ਕਾਰਨ ਬਣਦਾ ਹੈ। ਬੇਟਾ ਆਪਾਂ ਇਹ ਦੇਖਦੇ ਹਾਂ ਕਿ ਜਿਹੜੇ ਸੂਖਮ ਜੀਵਾਂ ਦੀਆਂ ਭਿੰਨ ਭਿੰਨ ਪ੍ਰਜਾਤੀਆਂ ਨੇ ਉਹ ਸਰੀਰ ਦੇ ਵੱਖ-ਵੱਖ ਭਾਗਾਂ ਵਿੱਚ ਵਿਕਸਿਤ ਹੁੰਦੀਆਂ। ਇਟ ਮੀਨਸ ਦਾ ਮਤਲਬ ਕੀ ਹੋਇਆ
कि ਆਪਾਂ ਦੇਖਾਂਗੇ ਕਿ ਜਿਹੜੇ ਸੂਖਮ ਜੀਵ ਕਿਹੜੇ ਪੁਆਇੰਟ ਤੇ ਨੇ ਸਾਡੀ ਬਾਡੀ ਦੇ ਅੰਦਰ, ਕਿਸ ਰੀਜਨ ਨੂੰ ਅਫੈਕਟ ਕਰ ਰਹੇ ਹੈ। ਇਹ ਕਿਹਦੇ ਤੇ ਡਿਪੈਂਡ ਕਰੇਗਾ ਕਿ ਉਹ ਉਹਨਾਂ ਦੇ ਪ੍ਰਵੇਸ਼ ਸਥਾਨ ਕਿਹੜਾ ਹੈ, ਉਹ ਕਿਹੜੀ ਜਗ੍ਹਾ ਕਿਸ ਤਰੀਕੇ ਨਾਲ ਕਿਹੜੀ ਜਗ੍ਹਾ ਤੋਂ ਸਾਡੀ ਬਾਡੀ ਦੇ ਅੰਦਰ ਐਂਟਰ ਕਰ ਰਹੇ। ਠੀਕ ਹੈ, ਫੋਰ ਐਗਜ਼ਾਮਪਲ ਅਗਰ ਮੈਂ ਕਹਿ ਰਹੀ ਹਾਂ ਮੈਂ ਸਾਹ ਲੈਂਦੀ ਹਾਂ ਤਾਂ ਮੇਰੇ ਨੱਕ ਰਾਹੀਂ ਐਂਟਰ ਕਰਕੇ ਮੇਰੇ ਲੰਗਸ ਨੂੰ ਅਫੈਕਟ ਕਰ ਰਹੇ ਨੇ। ਅਗਰ ਮੈਂ ਕਹਿ ਰਹੀ ਹਾਂ ਮੇਰੇ ਮੂੰਹ ਰਾਹੀਂ ਕੋਈ ਮਾਈਕਰੋ ਆਰਗੈਨਿਜ਼ਮ ਐਂਟਰ ਕਰ ਰਿਹਾ ਹੈ ਤਾਂ ਉਹ ਮੇਰੇ ਕੀ ਕਰਨਗੇ, ਅੰਦਰ ਜਾ ਕੇ ਭੋਜਨ ਨਲੀ ਵਿੱਚ ਜਾਣਗੇ, ਹੋ ਸਕਦਾ ਉਹਦੇ ਅੰਦਰ ਜਾ ਕੇ ਪੇਟ ਖਰਾਬ ਕਰ ਦੇਣ, ਟਾਈਫਾइड ਦੀ ਪ੍ਰੋਬਲਮ ਹੋ ਗਈ। ਕਲੀਅਰ ਬੱਚੇ? तो इट मीन्स इट डिपेंड्स द एंट्री पॉइंट कि फ्रॉम वेयर द दैट पर्टिकुलर पैथोजन इज एंटरिंग आवर बॉडी, ਉਹਦੇ ਰਿਲੇਟਡ ਸਾਡੇ ਅੰਦਰ ਕੀ ਹੋ ਰਹੀ ਹੈ ਬੇਟਾ, ਡਿਜ਼ੀਜ਼ ਹੋ ਰਹੀ ਹੈ ਜਿੱਥੋਂ ਦੀ ਅੰਦਰ ਐਂਟਰ ਕਰ ਰਿਹਾ। ਪਰ ਹਾਂ ਕਈ ਡਿਜ਼ੀਜ਼ਸ ਵਿੱਚ ਇਸ ਤਰ੍ਹਾਂ ਨਹੀਂ ਵੀ ਹੁੰਦਾ। ਅਗਰ ਆਪਾਂ ਏਡਸ ਦੀ ਗੱਲ ਕਰੀਏ, ਏਡਸ ਦੇ ਸਾਡੇ ਅੰਦਰ ਜਾਣ ਦੇ ਕਈ ਕਾਰਨ ਹੋ ਸਕਦੇ ਨੇ, ਤਰੀਕੇ ਹੋ ਸਕਦੇ ਆ ਕਈ। ਉਹ ਬਲੱਡ ਦੁਆਰਾ ਵੀ ਹੋ ਸਕਦਾ, ਉਹ ਲਿੰਗੀ ਸੰਪਰਕ ਦੁਆਰਾ ਵੀ ਹੋ ਸਕਦਾ। ਠੀਕ ਹੈ, ਗਿਆ ਤਾਂ ਸਾਡੇ ਕਿਸ ਜਗ੍ਹਾ ਤੇ ਆਪਾਂ ਕਹਿ ਰਹੇ ਹਾਂ ਕਿ ਅਗਰ ਬਲੱਡ ਟ੍ਰਾਂਸਫਿਊਜ਼ਨ ਕੀਤੀ, ਬਲੱਡ 'ਚ ਚਲਾ ਗਿਆ, ਪਰ ਇਹਨੇ ਕਰਨਾ ਕਿਹਨੂੰ ਖਰਾਬ ਹੈ, ਸਾਡੇ ਲਿੰਫੈਟਿਕ ਸਿਸਟਮ ਨੂੰ, ਹੈ ਨਾ, ਇਮਿਊਨ ਸਿਸਟਮ 'ਤੇ ਅਫੈਕਟ ਕਰਨਾ। ਅਗਰ ਆਪਾਂ ਦੀ ਮਲੇਰੀਆ ਦੀ ਗੱਲ ਕਰੀਏ, ਮੱਛਰ ਨੇ ਜਦੋਂ ਸਾਨੂੰ ਕੱਟਿਆ, ਉਹਨੇ ਪੈਥੋਜਨ ਨੂੰ, ਉਸ ਸੂਖਮ ਜੀਵ ਨੂੰ ਤਾਂ ਸਾਡੇ ਖੂਨ ਦੇ ਅੰਦਰ ਛੱਡਿਆ, ਪਰ ਉਹ ਪਹੁੰਚ ਕਿੱਥੇ ਗਿਆ, ਘੁੰਮਦਾ ਹੋਇਆ ਸਾਡੇ ਲਿਵਰ ਦੇ ਅੰਦਰ ਜਾ ਕੇ ਪਹੁੰਚ ਗਿਆ। ਉਹਨੇ ਸਾਡੇ ਲਿਵਰ ਦੇ ਸੈਲਸ ਨੂੰ ਡੀਜਨਰੇਟ ਕਰਨਾ ਸ਼ੁਰੂ ਕਰ ਦਿੱਤਾ। ਕਲੀਅਰ? ਤਾਂ ਇਟ ਮੀਨਸ ਆਪਾਂ ਇਹ ਦੇਖਦੇ ਹਾਂ ਕਿ ਜਿਹੜੇ ਬਿਮਾਰੀ ਦੇ ਸਿੰਪਟਮਸ ਹੁੰਦੇ ਨੇ ਬੇਟਾ ਜੀ, ਉਹ ਕਿਹਦੇ ਤੇ ਡਿਪੈਂਡ ਕਰਦੇ ਨੇ, ਜਿਸ ਅੰਗ ਜਾਂ ਟਿਸ਼ੂ ਨੂੰ ਰੋਗਾਣੂ ਨੇ ਆਪਣਾ ਨਿਸ਼ਾਨਾ ਬਣਾਇਆ ਹੈ ਉਹਦੇ ਉੱਪਰ ਉਹ ਕੀ ਕਰਨਗੇ, ਡਿਪੈਂਡ ਕਰਨਗੇ। ਬੱਚੇ ਨੈਕਸਟ ਹੈ ਵਿਸ਼ਾਣੂ ਦੁਆਰਾ ਫੈਲਣ ਵਾਲੀਆਂ ਬਿਮਾਰੀਆਂ ਦੇ ਲੱਛਣ, ਯਾਨੀ ਕਿ ਜਿਹੜੇ ਵਾਇਰਸ ਨਾਲ ਸਪਰੈਡ ਹੋ ਰਹੀਆਂ ਨੇ। ਜੇਕਰ ਬੇਟਾ ਫੇਫੜਿਆਂ ਤੇ ਹਮਲਾ ਹੁੰਦਾ ਹੈ ਤਾਂ ਅਸੀਂ ਕਹਾਂਗੇ ਖਾਂਸੀ, ਜ਼ੁਕਾਮ ਜਾਂ ਸਾਹ ਦਾ ਫੁੱਲਣਾ। ਜੇਕਰ ਜਿਗਰ ਤੇ ਹਮਲਾ ਹੁੰਦਾ ਹੈ ਤਾਂ ਅਸੀਂ ਕਹਿੰਦੇ ਹਾਂ ਪੀਲੀਆ, ਹੈ ਨਾ। ਔਰ ਜੇਕਰ ਦਿਮਾਗ ਤੇ ਹਮਲਾ ਹੁੰਦਾ ਹੈ ਤਾਂ ਅਸੀਂ ਕਹਿੰਦੇ ਹਾਂ ਸਿਰ ਦਰਦ, ਉਲਟੀ, ਚੱਕਰ ਅਤੇ ਬੇਹੋਸ਼ੀ। ਤਾਂ ਇਟ ਮੀਨਸ ਬੇਟਾ ਸਾਡੀ ਬਾਡੀ ਤੇ ਜਿੱਦਾਂ ਦੀ ਜਿਹੜਾ ਔਰਗਨ ਅਫੈਕਟ ਹੋ ਰਿਹਾ ਉੱਦਾਂ ਦੇ ਹੀ ਸਿੰਪਟਮਸ ਆ ਰਹੇ ਹੈ। ਤੁਹਾਨੂੰ ਬੇਟਾ ਇੱਥੇ ਮੈਂ ਇੱਕ ਪੁਆਇੰਟ ਦੱਸਣਾ ਚਾਹੂੰਗੀ ਕਿ ਸਾਡੀ ਬਾਡੀ ਦਾ ਖੁਦ ਦਾ ਕੀ ਹੈ, ਇਮਿਊਨ ਸਿਸਟਮ ਹੈ, ਯਾਨੀ ਕਿ ਬਾਡੀ ਦਾ ਪਰਸਨਲ ਡਾਕਟਰ ਹੈ। ਤੁਸੀਂ ਦੇਖਦੇ ਹੋ ਕਿ ਡੇਲੀ ਰੂਟੀਨ 'ਚ ਸਾਡੇ ਅੰਦਰ ਅਸੀਂ ਇੰਨੇ ਸਾਫ਼ ਸੁਥਰੇ ਇਨਵਾਇਰਮੈਂਟਸ ਤਾਂ ਰਹਿੰਦੇ ਨਹੀਂ ਆ ਕਿ ਸਾਡੇ ਅੰਦਰ ਕੋਈ ਬੈਕਟੀਰੀਆ ਜਾਂ ਵਾਇਰਸ ਨਹੀਂ ਜਾਂਦਾ ਹੋਏਗਾ। ਡੇਲੀ ਅਸੀਂ ਪਤਾ ਨਹੀਂ ਕਿੰਨੇ ਬੈਕਟੀਰੀਆ ਵਾਇਰਸ ਸਾਡੇ ਅੰਦਰ ਜਾਂਦੇ ਹੋਣਗੇ, ਹੈ ਨਾ। ਹੁਣ ਉਹਨਾਂ ਨਾਲ ਨਿਪਟਾਰਾ ਉਹਨਾਂ ਦਾ ਕੌਣ ਕਰਦਾ? ਡੇਲੀ ਅਸੀਂ ਬਿਮਾਰ ਤਾਂ ਨਹੀਂ ਪੈ ਜਾਂਦੇ, ਸਾਨੂੰ ਇੰਨੀ ਦਵਾਈਆਂ ਦੀ ਲੋੜ ਤਾਂ ਨਹੀਂ ਪੈਂਦੀ, ਜਿਹਦੇ ਕਰਕੇ ਅਸੀਂ ਦੇਖਦੇ ਹਾਂ ਕਿ ਸਾਡੀ ਬਾਡੀ ਦਾ ਇਮਿਊਨ ਸਿਸਟਮ ਜੋ ਹੈ, ਰੱਖਿਆਤਮਕ ਪ੍ਰਣਾਲੀ ਹੈ ਜਿਹੜੀ ਬਾਡੀ ਦੀ, ਉਹ ਕੰਮ ਕਰਦੀ ਹੈ। ਉਹ ਕੌਣ ਹੈ? ਸਾਡੀ ਬਾਡੀ ਦੇ ਵਾਈਟ ਬਲੱਡ ਸੈਲਸ ਤੁਸੀਂ ਪੜ੍ਹ ਚੁੱਕੇ ਹੋ, ਹੈ ਨਾ। ਲਿੰਫੋਸਾਈਟਸ ਹੁੰਦੇ ਸਾਡੇ ਸਰੀਰ ਦੇ ਅੰਦਰ, ਟੀ ਸੈਲਸ ਤੇ ਬੀ ਸੈਲਸ, ਜਿਹੜੇ ਕਿ ਸਾਡੇ ਸਰੀਰ ਦੀ ਰੱਖਿਆਤਮਕ ਪ੍ਰਣਾਲੀ ਬਣਾਉਂਦੇ ਨੇ। ਕਲੀਅਰ ਬੱਚੇ? ਅਗਰ ਬਾਹਰੋਂ ਦੀ ਕੋਈ ਵੀ ਸੂਖਮ ਜੀਵ ਯਾਨੀ ਕਿ ਅੰਦਰ ਐਂਟਰ ਕਰ ਰਿਹਾ, ਸੂਖਮ ਜੀਵ ਨੂੰ ਅਸੀਂ ਕਹਿ ਰਹੇ ਹਾਂ ਐਂਟੀਜਨ, ਤਾਂ ਜਿਹੜੀ ਮੇਰੀ ਰੱਖਿਆਤਮਕ ਪ੍ਰਣਾਲੀ ਹੈ ਉਹ ਉਹਨਾਂ ਦੇ ਖਿਲਾਫ ਕੀ ਬਣਾਉਂਦੀ ਹੈ ਬੇਟਾ, ਐਂਟੀਬੋਡੀਜ਼, ਯਾਨੀ ਕਿ ਉਹਨਾਂ ਦੇ ਖਿਲਾਫ ਲੜਨ ਲਈ ਕੁਝ ਇੱਦਾਂ ਦੇ ਕੈਮੀਕਲਸ ਤਿਆਰ ਕਰਦੀ ਹੈ ਕਿ ਉਹਨਾਂ ਨੂੰ ਪਛਾਣ ਲੈਂਦੀ ਕਿ ਇਹ ਸਾਡੇ ਸਰੀਰ ਦੇ ਸੈੱਲ ਨਹੀਂ ਹੈ, ਜਿਹਦੇ ਕਰਕੇ ਉਹਨਾਂ ਸੈੱਲਾਂ ਨੂੰ ਮਾਰ ਦਿੱਤਾ ਜਾਂਦਾ ਹੈ। ਪਰ ਹਾਂ, ਜੇਕਰ ਉਹਨਾਂ ਸੂਖਮ ਜੀਵ ਬਹੁਤ ਜ਼ਿਆਦਾ ਸਟਰੋਂਗ ਹੋਣ ਜਾਂ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਹੋਵੇ ਤਾਂ ਹੋ ਸਕਦਾ ਹੈ ਕਿ ਸਾਡਾ ਇਮਿਊਨ ਸਿਸਟਮ ਉਹਦੇ ਸਾਹਮਣੇ ਆਪਣਾ ਕੰਮ ਨਾ ਦਿਖਾ ਪਾਏ ਔਰ ਸਾਨੂੰ ਇਨਫੈਕਸ਼ਨ ਹੋ ਜਾਏ। ਇਟ ਮੀਨਸ ਅਗਰ ਬਾਡੀ ਦੇ ਅੰਦਰ ਸੂਖਮ ਜੀਵਾਂ ਦੀ ਗਿਣਤੀ ਜ਼ਿਆਦਾ ਹੈ ਤਾਂ ਸਾਨੂੰ ਇਨਫੈਕਸ਼ਨ ਜ਼ਿਆਦਾ ਹੋਏਗੀ। ਫੋਰ ਐਗਜ਼ਾਮਪਲ ਤੁਸੀਂ ਦੇਖਿਆ ਹੋਏਗਾ, ਅਗਰ ਬੁਖਾਰ ਹੁੰਦਾ ਡਾਕਟਰ ਕਹਿੰਦਾ ਬਲੱਡ ਟੈਸਟ ਕਰਾਓ, ਉਹ ਤੁਹਾਨੂੰ ਦੱਸਦਾ ਤੁਹਾਡੇ ਬਲੱਡ 'ਚ ਇਨਫੈਕਸ਼ਨ ਹੈ। ਉਹ ਇਨਫੈਕਸ਼ਨ ਕੀ ਹੈ? ਇਹਦਾ ਮਤਲਬ ਤੁਹਾਡੀ ਬਾਡੀ ਦੇ ਅੰਦਰ ਬਾਹਰੋਂ ਦੀ ਕੁਝ ਇੱਦਾਂ ਦੇ ਐਂਟੀਜਨਸ ਐਂਟਰ ਕੀਤੇ ਹੋਏ ਨੇ ਜਿਹਦੇ ਕਰਕੇ ਤੁਹਾਡੇ ਸਰੀਰ ਦੇ ਅੰਦਰ ਉਹਨਾਂ ਨੇ ਇੱਕ ਘੇਰਾ ਪਾ ਲਿਆ। ਕਲੀਅਰ? ਹੁਣ ਕੀ ਹੋਏਗਾ ਜਦੋਂ ਕੋਈ ਐਂਟੀਜਨ ਅੰਦਰ ਚਲਾ ਗਿਆ ਸਾਡੇ ਅੰਦਰ, ਤਾਂ ਸਾਡੀ ਬਾਡੀ ਦੇ ਸੈਲਸ ਨੇ ਕੀ ਕਰਨਾ ਹੈ, ਉਹਦੇ ਅਗੇਂਸਟ ਐਂਟੀਬੋਡੀਜ਼ ਬਣਾਈਆਂ ਔਰ ਇੱਕ ਬੜੀ ਇੰਪੋਰਟੈਂਟ ਪ੍ਰੋਸੈਸ ਕਰਨੀ ਜਿਹਨੂੰ ਕਿਹਾ ਜਾਂਦਾ ਹੈ ਇਨਫਲੈਮੇਸ਼ਨ ਜਾਂ ਕਿਹਾ ਜਾਂਦਾ ਸੋਜਸ਼ ਕਿਰਿਆ। ਮਤਲਬ ਰੋਗਾਣੂਆਂ ਦੇ ਨਵੇਂ ਸੈੱਲਾਂ ਦੇ ਬਣਨ ਨੂੰ ਕੀ ਕਿਹਾ ਜਾਂਦਾ ਬੇਟਾ, ਸੋਜਸ਼ ਕਿਰਿਆ, ਇਨਫਲੈਮੇਸ਼ਨ। ਹੁਣ ਜਦੋਂ ਇਨਫਲੈਮੇਸ਼ਨ ਹੋ ਗਈ ਅੰਦਰ, ਯਾਨੀ ਕਿ ਸਾਨੂੰ ਸਿੰਪਟਮ ਆ ਗਿਆ, ਉਹ ਜਗ੍ਹਾ ਸਵੈਲ ਕਰ ਜਾਏਗੀ ਜਾਂ ਦਰਦ ਹੋਣ ਲੱਗ ਜਾਏਗੀ ਜਾਂ ਬੁਖਾਰ ਹੋ ਜਾਏਗਾ, ਤਾਂ ਇਹਦੇ ਤੋਂ ਸਾਨੂੰ ਇਹ ਕਲੀਅਰ ਹੋ ਰਿਹਾ ਕਿ ਬਾਡੀ ਦੇ ਅੰਦਰ ਕੋਈ ਨਾ ਕੋਈ ਪ੍ਰੋਬਲਮ ਹੈ, ਕੋਈ
डिजीज़ हो गई है अंदर, कोई प्रॉब्लम आ गई है ਜਿਹਦੇ ਅਗੇਂਸਟ ਸਾਨੂੰ ਹੁਣ ਕੰਮ ਕਰਨਾ ਪਏਗਾ। ਤਾਂ ਬੇਟਾ ਕੁਝ ਬਿਮਾਰੀਆਂ ਦੀ ਰੋਕਥਾਮ ਲਈ ਟੀਕੇ ਵੀ ਲਗਾਏ ਜਾਂਦੇ ਹਨ ਜਿਹਨੂੰ ਅਸੀਂ ਇਮਿਊਨਾਈਜੇਸ਼ਨ ਪ੍ਰੋਗਰਾਮ ਕਹਿੰਦੇ ਆ। ਤੁਸੀਂ ਦੇਖਿਆ ਹੋਣਾ ਬਚਪਨ 'ਚ ਤੁਹਾਨੂੰ ਇੱਕ ਇਮਿਊਨਾਈਜੇਸ਼ਨ ਕਾਰਡ ਮਿਲ ਜਾਂਦਾ ਹੈ ਨਾ, ਜਿਹਦੇ ਅੰਦਰ ਮੈਂਸ਼ਨਡ ਹੁੰਦਾ ਕਿ ਇਹ ਟੀਕਾ ਇਸ ਉਮਰ 'ਚ ਲਗਵਾਉਣਾ ਹੈ। ਇਹ ਥੋੜੀ ਹੈ ਕਿ ਤੁਹਾਨੂੰ ਕੋਈ ਟੈਟਨਸ, ਡਿਪਥੇਰੀਆ, ਕਾਲੀ ਖਾਂਸੀ, ਚੇਚਕ ਜਾਂ ਪੋਲੀਓ ਦੀ ਬਿਮਾਰੀ ਹੈ ਤਾਂ ਤੁਹਾਨੂੰ ਟੀਕੇ ਲਗਵਾਏ ਜਾ ਰਹੇ ਨਹੀਂ। ਇਹ ਟੀਕੇ ਤਾਂ ਲਗਵਾਏ ਜਾਂਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਕਿਧਰੇ ਪ੍ਰੋਬਲਮ ਨਾ ਹੋ ਜਾਏ, ਕਿਉਂਕਿ ਟੀਕਾਕਰਨ ਦੀ ਜਿਹੜੀ ਵਿਧੀ ਹੈ ਇਹ ਸਾਨੂੰ ਕੀ ਦਿੰਦੀ ਹੈ ਬੇਟਾ, ਪਹਿਲੇ ਹੀ ਸਾਡੀ ਬੋਡੀ ਨੂੰ ਇਮਿਊਨ ਕਰ ਦਿੰਦੀ ਹੈ, ਯਾਨੀ ਕਿ ਇੱਕ ਸੁਰੱਖਿਆ ਪ੍ਰਦਾਨ ਕਰ ਦਿੰਦੀ ਹੈ ਕਿ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਇਹ ਬਿਮਾਰੀ ਨਹੀਂ ਹੋਏਗੀ। ਕਿਉਂਕਿ ਜਿਹੜਾ ਟੀਕਾ ਅਸੀਂ ਲਗਾ ਰਹੇ ਹਾਂ ਕਿਸੇ ਬੱਚੇ ਨੂੰ, ਉਹ ਟੀਕਾ ਕੀ ਹੈ, ਉਹ ਦਵਾਈ ਕਿਹੜੀ ਅੰਦਰ ਭੇਜੀ ਜਾ ਰਹੀ ਹੈ, ਉਹ ਉਹੀ ਬਿਮਾਰੀ ਕਰਨ ਵਾਲੇ ਰੋਗਾਣੂ ਹੈ ਜਿਨ੍ਹਾਂ ਨੂੰ ਬੇਟਾ ਜੀ ਕਮਜ਼ੋਰ ਕਰਕੇ ਜਾਂ ਮਾਰ ਕੇ ਸਾਡੇ ਸਰੀਰ ਦੇ ਅੰਦਰ ਭੇਜਿਆ ਜਾਂਦਾ। ਸਾਡੇ ਸਰੀਰ ਦੀ ਰੱਖਿਆਤਮਕ ਪ੍ਰਣਾਲੀ ਨੇ ਪਹਿਚਾਨ ਲੈਣਾ ਕਿ ਬਈ ਇਹ ਮੇਰੇ ਸਰੀਰ ਦੇ ਸੈੱਲ ਨਹੀਂ ਹੈ, ਉਹਨੇ ਉਹਦੇ ਖਿਲਾਫ ਕੀ ਬਣਾਏ, ਐਂਟੀਬਾਡੀਜ਼ ਬਣਾਈਆਂ, ਤੇ ਨਾਲ ਦੇ ਨਾਲ ਹੀ ਮੈਮਰੀ ਸੈੱਲ ਯਾਨੀ ਕਿ ਯਾਦ ਰੱਖਣ ਯੋਗ ਸੈੱਲ ਬਣਾਉਣੇ ਹੈ ਕਿ ਜੇਕਰ ਦੁਬਾਰਾ ਇਹਦੇ ਨਾਲ ਦਾ ਬੈਕਟੀਰੀਆ ਜਾਂ ਵਾਇਰਸ ਕੋਈ ਵੀ ਸੂਖਮ ਜੀਵ ਸਾਡੇ ਅੰਦਰ ਆਇਆ ਤਾਂ ਅਸੀਂ ਇਹਦੇ ਨਾਲ ਕੀ ਕਰਨਾ ਹੈ, ਟਾਕਰਾ ਕਰਕੇ ਇਸ ਨੂੰ ਖਤਮ ਕਰਨਾ ਹੈ। ਤਾਂ ਮੀਨਸ ਉਹਦੇ ਅੰਦਰ ਇੱਕ ਇਮਿਊਨਿਟੀ ਆ ਗਈ, ਉਹਦੇ ਅੰਦਰ ਇੱਕ ਡੋਜ਼ ਜਾ ਚੁੱਕੀ ਹੈ ਜਿਹੜੀ ਕਿ ਅਗਰ ਫਰਦਰ ਆਉਣ ਵਾਲੇ ਸਮੇਂ 'ਚ ਅਸਲ ਵਿੱਚ ਅਗਰ ਉਹਦੇ ਅੰਦਰ ਹਵਾ 'ਚੋਂ, ਪਾਣੀ 'ਚੋਂ ਜਾਂ ਕਿਸੇ ਤਰ੍ਹਾਂ ਉਹਦੇ ਅੰਦਰ ਉਹ ਸੂਖਮ ਜੀਵ ਚਲਾ ਗਿਆ ਤਾਂ ਉਹਦੀ ਬੋਡੀ ਦੇ ਸੈਲਸ ਉਸੇ ਵੇਲੇ, ਉਹ ਮੈਮਰੀ ਸੈਲਸ ਉਸੇ ਟਾਈਮ ਐਕਟਿਵ ਹੋ ਜਾਣਗੇ ਉਹਨੂੰ ਖਤਮ ਕਰਨ ਲਈ, ਤਾਂ ਉਸ ਪਰਸਨ ਨੂੰ ਉਹ ਵਾਲੀ ਬਿਮਾਰੀ ਨਹੀਂ ਹੋਏਗੀ। ਜਿਵੇਂ ਕਿ ਚੇਚਕ ਦੇ ਰੋਗ ਦੀ ਮੈਂ ਉਦਾਹਰਨ ਦਿਆਂ, ਕਈ 100 ਸਾਲ ਪਹਿਲਾਂ ਇਹ ਚੇਚਕ ਦੀ ਬਿਮਾਰੀ ਬਹੁਤ ਜ਼ਿਆਦਾ ਸੀ, ਠੀਕ ਹੈ, ਲੋਕ ਡਰਦੇ ਸੀ ਇਸ ਬਿਮਾਰੀ ਤੋਂ, ਪਰ ਅੱਜ ਦੇ ਸਮੇਂ 'ਚ ਇਹ ਬਿਮਾਰੀ ਬਿਲਕੁਲ ਖਤਮ ਹੈ। ਕਿਸ ਤਰ੍ਹਾਂ ਖਤਮ ਹੋਈ, ਟੀਕਾਕਰਨ ਨਾਲ ਖਤਮ ਹੋਈ, ਠੀਕ ਹੈ, ਕਿਉਂਕਿ ਇਹ ਦੇਖਿਆ ਜਾਂਦਾ ਸੀ ਉਸ ਸਮੇਂ ਕਿ ਜਿਨ੍ਹਾਂ ਬੰਦਿਆਂ ਨੂੰ ਚੇਚਕ ਹੋ ਜਾਂਦਾ ਸੀ ਨਾ, ਬਾਅਦ ਵਿੱਚ ਸਾਰੀ ਉਮਰ ਉਹਨਾਂ ਨੂੰ ਕਦੀ ਇਹ ਰੋਗ ਨਹੀਂ ਹੁੰਦਾ ਸੀ। ਇਹਦਾ ਮਤਲਬ ਉਹਨਾਂ 'ਚ ਇਮਿਊਨਿਟੀ ਹੋ ਗਈ। ਤਾਂ ਇਹਨੂੰ ਹੀ ਬੇਸ ਰੱਖਦੇ ਹੋਏ ਸਾਇੰਟਿਸਟ ਨੇ ਕੀ ਤਿਆਰ ਕੀਤੀਆਂ ਬੇਟਾ, ਵੈਕਸੀਨਸ ਤਿਆਰ ਕੀਤੀਆਂ, ਇੱਕ ਵੈਕਸੀਨੇਸ਼ਨ ਪ੍ਰੋਗਰਾਮ ਤਿਆਰ ਕਰਾਇਆ ਗਿਆ ਜਿਹਨੂੰ ਟੀਕਾਕਰਨ ਕਿਹਾ ਜਾਂਦਾ ਹੈ। ਕਲੀਅਰ ਬੇਟਾ? ਤਾਂ ਦਿਸ ਇਜ਼ ਆਲ ਅਬਾਊਟ ਵਾਈ ਡੂ ਵੀ ਫਾਲ ਇਲ, ਅਸੀਂ ਬਿਮਾਰ ਕਿਉਂ ਹੁੰਦੇ ਹਾਂ। ਤਾਂ ਮੈਂ ਉਮੀਦ ਕਰਦੀ ਹਾਂ ਬੇਟਾ ਜੀ ਕਿ ਤੁਸੀਂ ਇਸ ਚੈਪਟਰ ਨੂੰ ਬੜੇ ਧਿਆਨ ਨਾਲ ਸੁਣਿਆ ਹੋਏਗਾ, ਹੈ ਨਾ। ਹੁਣ ਅਸੀਂ ਇਹਦੇ ਰਿਲੇਟਿਡ ਨੈਕਸਟ ਆਪਣੀ ਡਿਸਕਸ਼ਨ ਵਿੱਚ ਮਲਟੀਪਲ ਚੋਇਸ ਕੁਐਸਚਨਸ ਕਰਾਂਗੇ, ਜੋ ਕਿ ਅਗਰ ਤੁਸੀਂ ਇਹ ਚੈਪਟਰ ਧਿਆਨ ਨਾਲ ਸੁਣਿਆ ਤਾਂ ਤੁਸੀਂ ਬਹੁਤ ਈਜ਼ੀਲੀ ਅਟੈਂਪਟ ਕਰ ਪਾਓਗੇ। ਤਾਂ ਬੇਟਾ ਜੀ ਬੈਸਟ ਆਫ ਲੱਕ ਫॉर योर एग्जाम्स, ਬਹੁਤ ਅੱਛੀ ਤਰ੍ਹਾਂ ਪੜ੍ਹੋ ਤਾਂ ਕਿ ਤੁਸੀਂ ਇਸ ਟੈਸਟ ਨੂੰ ਆਸਾਨੀ ਨਾਲ ਕਲੀਅਰ ਕਰ ਪਾਓ। ਥੈਂਕ ਯੂ ਬੇਟਾ ਜੀ, ਟੇਕ ਕੇਅਰ।